ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਕ 330। ਗੌੜੀ ਕਬੀਰ ਜੀ। ਜਹ ਸਿਰ ਰਚ ਰਚ ਬਾਂਧਤ ਪੱਗ, ਜਿਸ ਸਿਰ ਤੇ ਮਨੁੱਖ ਸਵਾਰ ਸਵਾਰ ਕੇ ਪੱਗ ਬੰਨ੍ਹਦਾ ਹੈ, ਸੋ ਸਿਰ ਚੁੰਝ ਸਵਾਰੇ ਕੱਗ। ਮੌਤ ਆਉਣ ਤੇ ਉਸ ਸਿਰ ਨੂੰ ਕਾਂ ਆਪਣੀ ਚੁੰਝ ਨਾਲ ਸਵਾਰਦੇ ਹਨ। ਇਸ ਤਨ ਧਨ ਕੋ ਕਿਆ ਗਰਵਈਐ। ਹੇ ਭਾਈ, ਸਰੀਰ ਦਾ ਤੇ ਇਸ ਧਨ ਦਾ ਕੀ ਮਾਣ ਕਰਦਾ ਹੈ। ਰਾਮ ਨਾਮ ਕਾਹੀ ਕੋ ਨਾ ਦਿੜੀਐ। ਰਹਾਉ। ਪ੍ਰਭੂ ਦਾ ਨਾਮ ਕਿਸੇ ਨੇ ਨਹੀਂ ਸਿਮਰਦਾ। ਰਹਾਉ। ਕਹਿਤ ਕਬੀਰ ਸੁਣੋ ਮਨ ਮੇਰੇ। ਕਬੀਰ ਆਖਦਾ ਹੈ, ਮੇਰੇ ਮਨ ਸੁਣ। ਇਹੀ ਹਵਾਲ ਹੋਏਂਗੇ ਤੇਰੇ। ਮੌਤ ਆਉਣ ਤੇ ਤੇਰੇ ਨਾਲ ਵੀ ਇਹੋ ਹੀ ਹੋਵੇਗੀ। ਗੌੜੀ ਗੋਰੈਰੀ ਕੇ ਪਦੇ 35। ਰਾਖ ਗੌੜੀ ਗੋਰੇਰੀ ਅਸ਼ਟਪਦੀ ਕਬੀਰ ਜੀ ਕੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੁਖ ਮੰਗਤ ਦੁੱਖ ਆਗੇ ਆਵੇ। ਮੈਨੂੰ ਉਹ ਸੁੱਖ ਦੇ ਮੰਗਣ ਦੀ ਕੀ ਲੋੜ ਹੈ। ਜੋ ਸੁੱਖ ਹਮੂ ਨਾ ਮੰਗਿਆ ਭਾਵੈ। ਇਸ ਉੱਤੇ ਮੰਗਿਆ ਦੁੱਖ ਮਿਲਦਾ ਹੈ। ਜਿਸ ਸੁੱਖ ਦੇ ਮੰਗਿਆ ਦੁੱਖ ਮਿਲਦਾ ਹੈ। ਵਿਖਿਆ ਅਜੋ ਸੁਰਤ ਸੁਖ ਆਸਾ। ਅਜੇ ਵੀ ਸਾਡੀ ਸੁਰਤ ਮਾਇਆ ਵਿੱਚ ਹੀ ਲੱਗੀ ਹੋਈ ਹੈ। ਇਸ ਮਾਇਆ ਤੋਂ ਹੀ ਸੁੱਖਾਂ ਦੀ ਆਸ ਲਾਈ ਬੈਠੇ ਹਨ। ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ਰਹਾਉ। ਤਾਂ ਫਿਰ ਜੋਤ ਰੂਪ ਨਿਰੰਕਾਰ ਦਾ ਨਿਵਾਸ ਇਸ ਸੁਰਤ ਵਿੱਚ ਕਿਵੇਂ ਹੋ ਸਕੇ। ਰਹਾਉ। ਇਸ ਸੁਖ ਤੇ ਸਿਵ ਬ੍ਰਹਮ ਡਰਾਨਾ। ਇਸ ਮਾਇਆ ਸੁਖ ਤੋਂ ਤਾਂ ਸਿਵ ਜੀ ਤੇ ਬ੍ਰਹਮਾ ਵਰਗੇ ਦੇਵਤੇ ਵੀ ਕੰਨਾਂ ਨੂੰ ਹੱਥ ਲਾਏ। ਸੋ ਸੁਖ ਹਮੂ ਸਾਚ ਕਰ ਜਾਨਾ। ਪਰ ਸੰਸਾਰੀ ਜੀਵਾਂ ਨੇ ਇਹ ਸੁਖ ਨੂੰ ਸੱਚਾ ਕਰਕੇ ਸਮਝਿਆ ਹੈ। ਸਨਕਾਦਿਕ ਨਾਰਦ ਮੁਨ ਸਿੱਖਾ। ਬ੍ਰਹਮਾ ਦੇ ਚਾਰੇ ਪੁੱਤਰ ਸਨਕ ਆਦਿਕ ਨਾਰਦ ਮੁਨੀ ਅਤੇ ਸ਼ੇਸ਼ ਨਾਗ। ਤਿੰਨ ਪੀਤਨ ਮੈਂ ਮਨ ਨਹੀਂ ਪੇਖਾ। ਇਹਨਾਂ ਨੇ ਵੀ ਇਸ ਮਾਇਆ ਸੁਖ ਵੱਲ ਸੁਰਤ ਨਹੀਂ ਰਹਿਣ ਦੇ ਕਾਰਨ ਆਪਣੇ ਮਨ ਨੂੰ ਆਪਣੇ ਸਰੀਰ ਵਿੱਚ ਨਾ ਵੇਖਿਆ। ਭਾਵ ਇਹਨਾਂ ਦਾ ਮਨ ਵੀ ਅੰਤਰਾਤਮੇ ਟਿਕਿਆ ਨਾ ਰਹਿ ਸਕਿਆ। ਇਸ ਮਨ ਕੋ ਕੋਈ ਖੋਜੋ ਭਾਈ। ਹੇ ਭਾਈ, ਕੋਈ ਧਿਰ ਇਸ ਮਨ ਦੀ ਵੀ ਖੋਜ ਕਰੋ। ਤੱਟ ਛੂਟੇ ਮਨ ਕਹਾਂ ਸਮਾਈ। ਕੇ ਸਰੀਰ ਨਾਲੋਂ ਵਿਛੋੜਾ ਹੋਣ ਤੇ ਇਹ ਮਨ ਕਿੱਥੇ ਜਾ ਟਿਕਦਾ ਹੈ। ਗੁਰ ਪ੍ਰਸਾਦੀ ਜੈ ਦਿਓ ਨਾਮਾ। ਸਤਿਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਜੈ ਦੇਵ ਅਤੇ ਨਾਮੇ ਜੀ ਵਰਗੇ ਭਗਤਾਂ ਨੇ ਹੀ ਭਗਤ ਕੈ ਪ੍ਰੇਮ ਇਹ ਨਹੀਂ ਹੈ ਜਾਨਾ। ਭਗਤੀ ਦੇ ਚਾਉ ਨਾਲ ਇਹ ਗੱਲ ਸਮਝੀ ਹੈ ਕਿ ਤਨ ਛੂਟੇ ਮਨ ਕਹਾਂ ਸਮਾਈ। ਇਸ ਮਨ ਕੋ ਨਹੀਂ ਆਵਣ ਜਾਣਾ। ਉਸ ਮਨੁੱਖ ਨੇ ਦੇ ਇਸ ਆਤਮਾ ਨੂੰ ਜਨਮ ਮਰਨ ਦੇ ਗੇੜੇ ਵਿੱਚ ਪੈਣਾ ਨਹੀਂ ਪੈਂਦਾ। ਜਿਸ ਕਾ ਭਰਮ ਗਿਆ ਤਿਨ ਸਾਚ ਪਛਾਣਾ। ਇਸ ਮਨੁੱਖ ਦੀ ਸੁੱਖਾਂ ਵਾਸਤੇ ਭਟਕਣਾ ਦੂਰ ਹੋ ਗਈ। ਜਿਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ, ਪ੍ਰਭੂ ਨਾਲ ਸਾਂਝ ਪਾ ਲਈ ਹੈ। ਇਸ ਮਨ ਕੋ ਰੂਪ ਨਾ ਰੇਖਿਆ ਕਾਈ। ਅਸਲ ਵਿੱਚ ਇਸ ਜੀਵ ਦਾ ਪ੍ਰਭੂ ਤੋਂ ਵੱਖਰਾ ਕੋਈ ਰੂਪ ਜਾਂ ਚਿਹਨ ਨਹੀਂ ਹੈ।
ਹੁਕਮੇ ਹੋਇਆ ਹੁਕਮ ਬੂਝ ਸਮਾਈ। ਪ੍ਰਭੂ ਦੇ ਹੁਕਮ ਵਿੱਚ ਹੀ ਇਹ ਵੱਖਰੇ ਸਰੂਪ ਵਾਲਾ ਬਣਿਆ ਹੈ ਅਤੇ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਵਿੱਚ ਲੀਨ ਹੋ ਜਾਂਦਾ ਹੈ। ਇਸ ਮਨ ਕਾ ਕੋਈ ਜਾਣੇ ਭਿਓ, ਜੋ ਮਨੁੱਖ ਇਸ ਮਨ ਦਾ ਭੇਦ ਜਾਣ ਲੈਂਦਾ ਹੈ। ਇਹੋ ਮਨ ਲੀਨ ਭਏ ਸੁਖ ਦਿਓ। ਉਹ ਇਸ ਮਨ ਦੇ ਰਾਹੀਂ ਹੀ ਅੰਤਰਾਤਮੇ ਲੀਨ ਹੋ ਕੇ ਸੁਖ ਦੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਜਿਉ ਏ ਕਰ ਸਗਲ ਸਰੀਰਾ, ਜੋ ਆਪ ਇੱਕ ਹੈ ਤੇ ਸਾਰੇ ਸਰੀਰਾਂ ਵਿੱਚ ਮੌਜੂਦ ਹੈ। ਇਸ ਮਨ ਕੋ ਰਬ ਰਹੇ ਕਬੀਰਾ। ਕਬੀਰ ਉਸ ਸਰਬ ਵਿਆਪਕ ਮਨ ਭਾਵ ਪਰਮਾਤਮਾ ਦਾ ਸਿਮਰਨ ਕਰ ਰਿਹਾ ਹੈ। ਗੌੜੀ ਗੁਆਰੇਰੀ ਐਹਨਿਸ ਏਕ ਨਾਮ ਜੋ ਜਾਗੇ, ਜੋ ਦਿਨ ਰਾਤ ਕੇਵਲ ਪ੍ਰਭੂ ਦੇ ਨਾਮ ਵਿੱਚ ਸੁਚੇਤ ਰਹੇ ਹਨ। ਚੇਤਕ ਸਿੱਧ ਪਏ ਲਿਵ ਲਾਗੇ, ਰਹਾਉ ਬਥੇਰੇ ਉਹ ਮਨੁੱਖ ਜੀਵਨ ਸਫਰ ਦੀ ਦੌੜ ਵਿੱਚ ਪੁੱਗ ਗਏ ਹਨ, ਜਿਨ੍ਹਾਂ ਨੇ ਨਾਮ ਵਿੱਚ ਹੀ ਸੁਰਤ ਜੋੜੀ ਰੱਖੀ ਹੈ। ਰਹਾਉ ਸਾਧਕ ਸਿੱਧ ਸਗਲ ਮੁਨਹਾਰੇ, ਯੋਗ ਸਾਧਨਾ ਕਰਨ ਵਾਲੇ ਯੋਗ ਸਾਧਨਾ ਵਿੱਚ ਪੁੱਗੇ ਹੋ ਜੋਗੀ ਤੇ ਸਾਰੇ ਮੁਨੀ ਲੋਕ ਸੰਸਾਰ ਸਮੁੰਦਰ ਤੋਂ ਤਰਨ ਦੇ ਹੋਰ ਵਸੀਲੇ ਲੱਭ ਕੇ ਥੱਕ ਗਏ ਹਨ। ਏਕ ਨਾਮ ਕਲਿਪ ਤਰ ਤਾਰੇ, ਕੇਵਲ ਪ੍ਰਭੂ ਦਾ ਨਾਮ ਹੀ ਕਲਪ ਰੁੱਖ ਹੈ ਜੋ ਜੀਵਾਂ ਦਾ ਬੇੜਾ ਪਾਰ ਕਰਦਾ ਹੈ। ਜੋ ਹਰ ਰਾਖੇ ਸੋ ਹੋਏ ਨਾ ਆਣਾ, ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ ਉਹ ਪ੍ਰਭੂ ਤੋਂ ਵੱਖਰੇ ਨਹੀਂ ਰਹਿ ਜਾਂਦੇ। ਵਾਹਿਗੁਰੂ ਕਹੇ ਕਬੀਰ ਰਾਮ ਨਾਮ ਪਛਾਣਾ। ਕਬੀਰ ਆਖਦਾ ਹੈ ਉਹਨਾਂ ਨੇ ਪ੍ਰਭੂ ਦੇ ਨਾਮ ਨੂੰ ਪਛਾਣ ਲਿਆ ਹੈ, ਨਾਮ ਨਾਲ ਡੂੰਘੀ ਸਾਂਝ ਪਾ ਲਈ ਹੈ। ਗੌੜੀ ਪੀ ਸੋਰਠ ਭੀ ਰੇ ਜੀ ਨਿਲਜ ਲਾਜ ਤੋਹੇ ਨਾਹੀ। ਹੇ ਬੇਸ਼ਰਮ ਮਨ, ਤੈਨੂੰ ਸ਼ਰਮ ਨਹੀਂ ਆਉਂਦੀ। ਹਰ ਤਜ ਕਤ ਕਾਹੂ ਕੇ ਜਾਹੀ। ਰਹਾਉ ਤੂੰ ਪ੍ਰਭ ਨੂੰ ਛੱਡ ਕੇ ਕਿੱਥੇ ਤੇ ਕਿਸ ਦੇ ਪਾਸ ਤੂੰ ਜਾਂਦਾ ਹੈ, ਭਾਵ ਕਿਉਂ ਹੋਰ ਆਸਰੇ ਨੂੰ ਤੱਕਦਾ ਹੈ। ਰਹਾਉ ਜਾਂ ਕੋ ਠਾਕੁਰ ਉੱਚਾ ਹੋਈ, ਜਿਸ ਮਨੁੱਖ ਦਾ ਮਾਲਕ ਵੱਡਾ ਹੋਵੇ। ਸੋ ਜਨ ਪਰ ਕਰ ਜਾਤ ਨਾ ਸੋਹੀ, ਉਹ ਪਰਾਏ ਘਰ ਜਾਂਦਾ ਚੰਗਾ ਨਹੀਂ ਲੱਗਦਾ। ਸੋ ਸਾਹਿਬ ਰਿਹਾ ਭਰਪੂਰ, ਹੇ ਮਨੋ ਮਾਲਕ ਪ੍ਰਭੂ ਸਭ ਥਾਈਂ ਮੌਜੂਦ ਹੈ। ਸਦਾ ਸੰਗ ਨਾਹੀਂ ਹਰ ਦੂਰ, ਸਦਾ ਤੇਰੇ ਨਾਲ ਹੈ ਤੇਥੋਂ ਦੂਰ ਨਹੀਂ ਹੈ। ਕਾਵਲਾ ਚਰਨ ਸਰਨ ਹੈ ਜਾ ਕੇ, ਲక్ష్ਮੀ ਵੀ ਜਿਸ ਦੇ ਚਰਨਾਂ ਦਾ ਆਸਰਾ ਲਈ ਬੈਠੀ ਹੈ। ਕਹੋ ਜਨ ਕਾ ਕੀ ਨਾਹੀਂ ਘਰ, ਤਾਂ ਕਿ ਹੇ ਭਾਈ ਦੱਸ ਉਸ ਪ੍ਰਭੂ ਦੇ ਘਰ ਵਿੱਚ ਕਿਸ ਸ਼ੈ ਦੀ ਕਮੀ ਹੈ। ਸਭ ਕੋਈ ਕਹੇ ਜਾਸ ਕੀ ਬਾਤਾਂ, ਜਿਸ ਪ੍ਰਭੂ ਦੀਆਂ ਵਡਿਆਈ ਦੀਆਂ ਗੱਲਾਂ ਹਰੇਕ ਜੀਵ ਕਰ ਰਿਹਾ ਹੈ। ਸੋ ਸਮਰੱਥ ਨਿਜ ਪਤ ਹੈ ਦਾਤਾ, ਉਹ ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ। ਉਹ ਸਾਡਾ ਸਭਨਾਂ ਦਾ ਖਸਮ ਹੈ ਤੇ ਸਭ ਪਦਾਰਥ ਦੇਣ ਵਾਲਾ ਹੈ। ਕਹੇ ਕਬੀਰ ਪੂਰਨ ਜਗ ਸੋਈ। ਕਬੀਰ ਆਖਦਾ ਹੈ ਸੰਸਾਰ ਵਿੱਚ ਕੇਵਲ ਉਹੀ ਮਨੁੱਖ ਗੁਣਾਂ ਵਾਲਾ ਹੈ, ਜਾਂ ਕਿ ਹਿਰਦੇ ਅਵਰ ਨਾ ਹੋਈ, ਜਿਸ ਦੇ ਹਿਰਦੇ ਵਿੱਚ ਪ੍ਰਭੂ ਤੋਂ ਬਿਨਾਂ ਕੋਈ ਹੋਰ ਦਾਤਾ ਜਚਦਾ ਨਹੀਂ। ਕਹੇ ਕਬੀਰ ਪੂਰਨ ਜਗ ਸੋਈ, ਜਾਂ ਕਿ ਹਿਰਦੇ ਅਵਰ ਨਾ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।